ਵਾਹਿਗੁਰੂ ਜੀ। ਪੁਰਾਤਨ ਸਮੇਂ ਦੀ ਗੱਲ ਹੈ। ਇੱਕ ਰਾਜਾ ਸੀ, ਬਹੁਤ ਵੱਡਾ ਰਾਜ ਭਾਗ ਸੀ। ਪਤਨੀ ਬੜੀ ਸਮਝਦਾਰ ਸੀ, ਬੱਚੇ ਸਮਝਦਾਰ ਸੀ, ਹਰ ਇੱਕ ਚੀਜ਼ ਸੀ, ਪਰ ਕਮੀ ਸੀ ਅੰਦਰਲੀ ਖੁਸ਼ੀ ਦੀ। ਹਰ ਵੇਲੇ ਉਸ ਨੂੰ ਭਾਲ ਸੀ, ਕਿਸ ਤਰ੍ਹਾਂ ਮੈਨੂੰ ਤ੍ਰਿਪਤੀ ਮਿਲ ਜਾਵੇ, ਮੈਨੂੰ ਉਸ ਗਿਆਨ ਦੀ ਪ੍ਰਾਪਤੀ ਹੋ ਜਾਵੇ ਜਿਹਦੇ ਨਾਲ ਮੈਂ ਖੁਸ਼ ਰਹਿ ਸਕਾਂ। ਬੜੀ ਵਾਰੀ ਉਹਨਾਂ ਨੇ ਸੰਤਾਂ, ਮਹਾਤਮਾ, ਵਿਦਵਾਨਾਂ ਨਾਲ ਮੰਤਰਾ ਕੀਤੀ, ਪਰ ਉਸ ਗਿਆਨ ਦੀ, ਉਸ ਆਨੰਦ ਦੀ ਪ੍ਰਾਪਤੀ ਨਹੀਂ ਸੀ ਹੋ ਰਹੀ। ਅਕਸਰ ਉਹ ਰਾਜ ਮਹਿਲ ਤੋਂ ਬਾਹਰ ਆਉਂਦੇ ਜਾਂਦੇ ਇੱਕ ਭਿਖਾਰੀ ਨੂੰ ਦੇਖਦੇ ਸੀਗੇ। ਉਹ ਭਿਖਾਰੀ ਬੈਠਾ ਗੀਤ ਗਾਉਂਦਾ ਸੀਗਾ ਔਰ ਸਦਾ ਹੀ ਮੁਸਕਰਾਉਂਦਾ ਰਹਿੰਦਾ ਸੀਗਾ। ਰਾਜਾ ਬਹੁਤ ਵਾਰ ਸੋਚਦਾ ਸੀ ਵੀ ਇਸ ਦੀ ਖੁਸ਼ੀ ਦਾ ਕੀ ਕਾਰਨ ਹੈ, ਇੰਨੀ ਆਨੰਦ ਵਿੱਚ ਇਹ ਕਿਵੇਂ ਰਹਿੰਦਾ ਹੈ। ਕਿਤੇ ਨਾ ਕਿਤੇ ਕਿਉਂ ਨਾ ਮੇਰੇ ਸਵਾਲ ਦਾ ਜਵਾਬ ਇਹਦੇ ਕੋਲੋਂ ਹੀ ਪੁੱਛਿਆ ਜਾਵੇ, ਸ਼ਾਇਦ ਮੇਰਾ ਸਵਾਲ ਦਾ ਜਵਾਬ ਇਹਦੇ ਕੋਲੋਂ ਹੀ ਮਿਲੇ। ਇੱਕ ਦਿਨ ਆਪਣੇ ਨੌਕਰਾਂ ਚਾਕਰਾਂ ਨਾਲ ਬਹੁਤ ਸਾਰਾ ਸਮਾਨ ਲੈ ਕੇ, ਖਾਣ ਪੀਣ ਦਾ, ਰਾਸ਼ਨ ਦਾ, ਉਸ ਭਿਖਾਰੀ ਦੇ ਘਰੇ ਪਹੁੰਚਿਆ। ਭਿਖਾਰੀ ਨੂੰ ਆਵਾਜ਼ ਮਾਰੀ, ਦਰਵਾਜ਼ਾ ਖੜਕਾਇਆ, ਭਿਖਾਰੀ ਬਾਹਰ ਆਇਆ। ਰਾਜੇ ਨੇ ਕਿਹਾ, ਤੇਰੇ ਲਈ ਮੈਂ ਰਾਸ਼ਨ ਲੈ ਕੇ ਆਇਆ, ਖਾਣ ਪੀਣ ਦਾ ਸਮਾਨ ਲੈ ਕੇ ਆਇਆ, ਇਹਨੂੰ ਆਪਣੇ ਘਰੇ ਰੱਖ ਲੈ। ਭਿਖਾਰੀ ਕਹਿੰਦਾ, ਮੈਂ ਆਪਣੀ ਪਤਨੀ ਨੂੰ ਪੁੱਛਦਾ ਵੀ ਸਾਨੂੰ ਲੋੜ ਹੈਗੀ ਹੈ ਕਿ ਨਹੀਂ। ਉਸਨੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ, ਪਤਨੀ ਬਾਹਰ ਆਈ। ਪਤਨੀ ਨੂੰ ਦੱਸਿਆ ਕਿ ਰਾਜਾ ਰਾਸ਼ਨ ਲੈ ਕੇ ਆਇਆ, ਕਿ ਆਪਾਂ ਨੂੰ ਜ਼ਰੂਰਤ ਹੈ। ਉਸ ਦੀ ਪਤਨੀ ਨੇ ਜਵਾਬ ਦਿੱਤਾ, ਪਤੀ ਦੇਵ, ਅੱਜ ਰਾਤ ਦਾ ਰਾਸ਼ਨ, ਖਾਣ ਦਾ ਸਮਾਨ ਸਾਡੇ ਕੋਲੇ ਹੈ, ਤੇ ਕੱਲ੍ਹ ਦਾ ਉਹ ਪਰਮਾਤਮਾ ਜਿਸ ਨੇ ਸਾਨੂੰ ਜਨਮ ਦਿੱਤਾ ਉਹ ਆਪਣੇ ਆਪ ਹੀ ਦੇ ਹੀ ਦਊਗਾ। ਆਪਾਂ ਇਹ ਰਾਸ਼ਨ ਨਹੀਂ ਰੱਖਦੇ, ਕਿਸੇ ਹੋਰ ਨੂੰ, ਭੁੱਖੇ ਨੂੰ, ਗਰੀਬ ਨੂੰ ਲੋੜ ਹੋਊਗੀ, ਰਾਜੇ ਨੂੰ ਕਹਿੰਦੇ ਆਪਾਂ ਵੀ ਉਸ ਨੂੰ ਪਹੁੰਚਾ ਦਿੱਤਾ ਜਾਵੇ। ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ। ਰਾਜਾ ਹੈਰਾਨ ਹੋ ਗਿਆ ਕਿ ਮੇਰੇ ਕੋਲ ਇੰਨਾ ਕੁਛ ਹੈ, ਫਿਰ ਵੀ ਮੈਂ ਇਕੱਠਾ ਹੀ ਕਰਦਾ ਜਾ ਰਿਹਾ, ਸਦਾ ਹੀ ਪਰਮਾਤਮਾ ਕੋਲ ਮੰਗਦਾ, ਮੈਨੂੰ ਹੋਰ ਦਿਓ, ਹੋਰ ਦਿਓ, ਹੋਰ ਦਿਓ। ਔਰ ਇੱਕ ਇਹ ਹੈ, ਭਿਖਾਰੀ ਹੈ, ਜਿਸ ਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਉਸ ਨੂੰ ਉਸ ਪਰਮਾਤਮਾ 'ਤੇ ਵਿਸ਼ਵਾਸ ਹੈ ਕਿ ਜਿਸ ਨੇ ਜਨਮ ਦਿੱਤਾ ਉਹ ਕੱਲ੍ਹ ਦਾ ਭੋਜਨ ਵੀ ਦਊਗਾ। ਉਸ ਨੂੰ ਗਿਆਨ ਹੋ ਗਿਆ ਔਰ ਉਸਨੇ ਉਸ ਭਿਖਾਰੀ ਦਾ ਧੰਨਵਾਦ ਕੀਤਾ, ਸ਼ੁਕਰਾਨਾ ਕੀਤਾ ਔਰ ਘਰੇ ਵਾਪਸ ਆ ਗਿਆ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਇਹੀ ਕਹਿੰਦੇ ਹੈ, ਸਾਚਾ ਸਾਹਿਬ ਸਾਚ ਨਾਉ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ। ਫੇਰ ਕੀ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੂੰਹ ਕੇ ਬੋਲਨ ਬੋਲੀਏ ਜਿਤ ਸੁਣੇ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਸਾਚਾ ਸਾਹਿਬ ਸਾਚ ਨਾਈ, ਉਹ ਸਾਹਿਬ, ਉਹ ਪਰਮਾਤਮਾ ਸੱਚਾ ਹੈ, ਉਸ ਦਾ ਨਾਮ ਵੀ ਸੱਚਾ ਹੈ। ਅਲੱਗ-ਅਲੱਗ ਭਾਵਾਂ ਨਾਲ ਉਸ ਦੀ ਤਾਰੀਫ ਕਰ ਸਕਦੇ ਹਾਂ ਆਪਾਂ। ਬੜਾ ਹੀ ਸੁੰਦਰ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਵਿੱਚ ਉਸ ਪਰਮਾਤਮਾ ਨੂੰ ਸਾਹਿਬ ਕਿਹਾ। ਬੜੇ ਧਰਮਾਂ ਦੇ ਵਿੱਚ ਪਿਤਾ ਦੇ ਨਾਲ ਪੁਕਾਰਿਆ ਗਿਆ ਪਰਮਾਤਮਾ ਨੂੰ, ਪ੍ਰੇਮਿਕਾ ਦੇ ਰੂਪ 'ਚ ਦੇਖਿਆ ਗਿਆ, ਪ੍ਰੇਮੀ ਦੇ ਰੂਪ ਦੇ ਵਿੱਚ ਦੇਖਿਆ ਗਿਆ। ਪਰ ਗੁਰੂ ਨਾਨਕ ਦੇਵ ਜੀ ਨੇ ਉਸ ਪਰਮਾਤਮਾ ਨੂੰ ਮਾਲਕ ਕਿਹਾ, ਸਾਹਿਬ।
और आप दास बन गए। बड़ा ही सुंदर रिश्ता है मालक दा ते दास दा। किहा जाता दास कदे उदास नहीं हुंदा, क्योंकि प्रेमी तो भी सानूं बहुत आशावां हुंदियां वा, प्रेमिका तो भी आशावां हुंदियां, पिता नाल भी साडी नाराज़गी हो जाती है। पर मालक ते दास का रिश्ता इहो जिहा ही है, कदी नाराज़गी नहीं हुंदी। परमात्मा कोलों, उस मालक कोलों, उस साहब कोलों लोग मंगी जाते हैं, होर दे होर दे होर दे, ते वो थकदा नहीं दे दे के, वो दातां दिंदा ही जांदा वा। फिर की करिए, यह जिहा की करिए कि उसका दरबार सानू दिखे, उस परमात्मा के सानू दर्शन हो जान, क्योंकि सारा कुछ ही उसका है। अगर असीं उसनूं फुੱਲ भी चढ़ाने हैं तो फुੱਲ तो उसे दे ही है। फुੱਲਾਂ ਨੂੰ तोड़ के आपां उसदे अगे रख दईए तो वो तो ज़्यादा वधिया सीगे लगे हुए, और जे कोई चीज़ां दईए वो भी उसे दी दित्तियां होईयां वा। सारा कुछ ही उसे दा वा, की दईए उसनूं। अमृत वेला सच नाओ वड्याई विचार। फिर गुरु नानक देव जी कहते हैं अमृत वेले उठ के उसकी वड्याई करिए। कुछ बोलना नहीं, कुछ पढ़ना नहीं, कुछ जपना नहीं, बस अखा बंद करके उसका शुकराना। जिस तरह उस भखारी ने हर वेले शुकराने च रहिंदा सीगा, सवेरे ते शाम अमृत वेला संध्या दे टाइम, बस ध्यान करिए उसका शुक्र करिए। करमी आवे कपड़ा नदरी मोख द्वार। साडे कर्मा करके सानू ये शरीर मिलिया वै, पर मोक्ष की प्राप्त रही नदरी मोख द्वार, जदों उसकी किरपा होगी साडे ते। और किरपा कदों होगी? जिसों उस कोलों शुकराना करांगे। जे मंगदे ही जावांगे, मंगदे ही जावांगे, मंगदे ही जावांगे, शुकराना भुल जाएंगे तो उत्थे तक नहीं पहुँच सकते। कहते हैं ना, जिमें इच्छावां खत्म हो जान मरण तो पहला, इच्छावां खत्म हो जान, जीवन बाकी रहे तो मोक्ष है। मौत आ जाए, इच्छावां खत्म ना होन तो मौत है। ये इच्छावां कदी खत्म नहीं होनियां, ये मंगना कदी बंद नहीं होना। पर जे शुकरान ने भाव च उतरांगे, आहो भाव च उतरांगे, अमृत वेले उठ के उसकी वड्याई का विचार करांगे, फिर नानक की उपलब्धि हो सकती है, उस परमात्मा की उपलब्धि हो सकती है, उस गुरु की उपलब्धि हो सकती है।